ਅੱਜ ਦੇ ਦਿਨ ਦੇ ਵਿੱਚ ਪ੍ਰਭੂ ਆਪ ਸਭ ਨੂੰ ਆਸ਼ੀਸ਼ ਦੇਵੇ। ਅਸੀਂ ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਦੇ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਆਪ ਦਾ ਧੰਨਵਾਦ ਕਰਦੇ ਹਾਂ। ਆਪ ਨੇ ਸਾਨੂੰ ਹੁਣ ਤੱਕ ਸੰਭਾਲਿਆ, ਆਪਣੀ ਕਿਰਪਾ ਦੇ ਹੇਠ ਰੱਖਿਆ, ਉਸ ਦੇ ਲਈ ਧੰਨਵਾਦ। ਨਿਤ ਪ੍ਰਤੀ ਦਿਨ ਜੋ ਤੁਸੀਂ ਸਾਨੂੰ ਆਪਣਾ ਵਚਨ ਦਿੰਦੇ ਹੋ, ਸਾਡੀ ਆਤਮਿਕਤਾ ਨੂੰ ਜਾਗਰਿਤ ਕਰਦਾ ਹੈ ਅਤੇ ਸਾਨੂੰ ਆਪ ਦੇ ਆਤਮਿਕ ਰਾਜ ਦੇ ਵਿੱਚ ਵਧਣ ਦੇ ਲਈ ਸਾਨੂੰ ਬਲ ਦਿੰਦਾ ਹੈ। ਇਸ ਲਈ ਆਪ ਦੇ ਵਚਨ ਦਾ ਇਹ ਕਹਿਣਾ ਸੀ ਕਿ ਤੁਸੀਂ ਦਿਨ ਪ੍ਰਤੀ ਦਿਨ ਮੇਰੇ ਵਿੱਚ ਸਜਗ ਰਹੋ, ਤਾਂ ਕਿ ਮੇਰੀ ਸੰਗਤ ਤੁਹਾਡੇ ਨਾਲ ਅਤੇ ਤੁਹਾਡੀ ਸੰਗਤ ਮੇਰੇ ਨਾਲ ਬਣੀ ਰਹੇ। ਇਸ ਵਚਨ ਦੇ ਲਈ ਵੀ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਜਦੋਂ ਹੁਣ ਤੇਰੇ ਵਚਨ ਦੀ ਸੰਗਤ ਕਰਦੇ ਹਾਂ, ਤੇਰੇ ਵਚਨ ਨੂੰ ਪੜ੍ਹਦੇ ਅਤੇ ਸੁਣਦੇ ਹਾਂ, ਉਸ ਦੇ ਵਿੱਚ ਸਾਨੂੰ ਆਪਣੀ ਤੌਫੀਕ ਦੇ ਅਤੇ ਉਸ ਦੇ ਨਾਲ ਆਤਮਿਕ ਬਲ ਦੇ, ਤਾਂ ਕਿ ਤੇਰੇ ਵਿੱਚ ਚੱਲਦੇ ਹੋਏ, ਤੇਰੇ ਰਾਜ ਦੀਆਂ ਗੱਲਾਂ ਨੂੰ ਕਰਦੇ ਹੋਏ, ਤੇਰੇ ਜਿਉਂਦੇ ਆਸ ਦੇ ਵਿੱਚ, ਤੇਰੇ ਉਸ ਆਗਮਨ ਦੇ ਵਿੱਚ ਅਸੀਂ ਸ਼ਾਮਲ ਹੋ ਸਕੀਏ ਜਿਸ ਦਾ ਵਾਅਦਾ ਆਪ ਨੇ ਆਪਣੇ ਭੈ ਮੰਨਣ ਵਾਲਿਆਂ ਦੇ ਨਾਲ ਕੀਤਾ ਹੈ। ਪਰਮੇਸ਼ਰ ਪਿਤਾ, ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਸਮਾਂ ਬਹੁਤ ਹੀ ਕਸ਼ਟਦਾਇਕ ਨਿਕਲ ਰਿਹਾ ਹੈ। ਸਾਡੇ ਆਲੇ ਦੁਆਲੇ ਦਾ ਮਾਹੌਲ, ਸਾਡੇ ਦੇਸ਼ ਪ੍ਰਦੇਸ਼ ਦੀਆਂ ਖਬਰਾਂ ਸਾਨੂੰ ਵਿਚਲਿਤ ਕਰਦੀਆਂ ਨੇ ਅਤੇ ਸਾਨੂੰ ਘਬਰਾਉਂਦੀਆਂ ਨੇ। ਔਰ ਬਾਈਬਲ ਦੇ ਵਿੱਚ ਲਿਖਿਆ ਹੈ, ਅਜਿਹੇ ਸਮੇਂ ਆਉਣਗੇ ਜਦੋਂ ਲੋਕ ਆਪਣੀ ਸਮਝ ਦਾ ਸਹਾਰਾ ਲੈ ਕੇ ਪਰਮੇਸ਼ਰ ਤੋਂ ਬੇਮੁਖ ਹੋ ਜਾਣਗੇ ਅਤੇ ਉਹ ਪਰਮੇਸ਼ਰ ਦੀ ਭਗਤੀ ਕਰਨਾ ਅਤੇ ਉਸ ਤੋਂ ਦੂਰ ਹੋ ਜਾਣਗੇ, ਕਿਉਂਕਿ ਉਹਨਾਂ ਦੇ ਜੀਵਨਾਂ ਦੇ ਵਿੱਚ ਅਜਿਹੇ ਕੰਮ ਹੋਣਗੇ, ਅਜਿਹੇ ਕਾਰਜ ਹੋਣਗੇ ਜਿਸ ਦੇ ਨਾਲ ਉਹ ਪਰਮੇਸ਼ਰ ਦੇ ਨਾਮ ਦੀ ਨਿੰਦਾ ਕਰਨਗੇ। ਅਸੀਂ ਦੇਖ ਰਹੇ ਹਾਂ, ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਲੜਾਈਆਂ ਹੋ ਰਹੀਆਂ ਨੇ ਔਰ ਉਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਲੋਕ ਅਤੇ ਉਹਨਾਂ ਦੀ ਜ਼ਿੰਦਗੀ ਸਮਾਪਤ ਹੋ ਰਹੀ ਹੈ। ਜਿਵੇਂ ਇਹਨਾਂ ਦਿਨਾਂ ਦੇ ਵਿੱਚ ਯੂਕਰੇਨ ਅਤੇ ਰਸ਼ੀਆ ਦੀ ਵੀ ਲੜਾਈ ਲੱਗੀ ਆ, ਬਹੁਤ ਸਾਰੇ ਲੋਕ ਉਸ ਦੇ ਵਿੱਚ ਫਸੇ ਹੋਏ ਨੇ ਅਤੇ ਬਹੁਤ ਸਾਰੇ ਲੋਕ ਇਸ ਸਮੇਂ ਅੰਦਰ ਆਪਣੇ ਭੈ ਭੀਤ ਨੇ। ਕੀ ਹੋਵੇਗਾ, ਕੀ ਬਣੇਗਾ ਤੇ ਕੀ ਅਸੀਂ ਅਸਲ ਜ਼ਿੰਦਗੀ ਜੀ ਸਕਾਂਗੇ ਜਾਂ ਨਹੀਂ। ਪਰ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਪਰਮੇਸ਼ਰ ਦਾ ਇੱਕ ਉਤਸ਼ਾਹ ਦੇਣ ਵਾਲਾ ਵਚਨ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ, ਜਿਹੜਾ ਮੈਂ ਆਪ ਦੇ ਨਾਲ ਵੰਡਣ ਜਾ ਰਿਹਾ ਹਾਂ। ਔਰ ਇਸ ਦਾ ਜੋ ਮੁੱਖ ਵਿਸ਼ਾ ਹੈ, ਇਸ ਦਾ ਮੁੱਖ ਵਿਸ਼ਾ ਹੈ ਸਮਾਂ ਨੇੜੇ ਹੈ। ਸਮਾਂ ਨੇੜੇ ਹੈ, ਸੱਚਮੁੱਚ ਉਹ ਸਮਾਂ ਨੇੜੇ ਹੈ, ਕਿਉਂਕਿ ਬਾਣੀ ਦੇ ਵਿੱਚ ਲਿਖਿਆ ਹੈ ਕਿ ਆਉਣ ਵਾਲਾ ਆਵੇਗਾ ਅਤੇ ਦੇਰ ਨਾ ਕਰੇਗਾ। ਪਤਰਸ ਦੀ ਪੁਸਤਕ ਦੇ ਵਿੱਚ ਅਸੀਂ ਦੂਸਰਾ ਪੁਸਤਕ ਦੇ ਵਿੱਚ ਪੜ੍ਹ ਸਕਦੇ ਹਾਂ। ਔਰ ਦੂਸਰੀ ਗੱਲ ਉਹ ਕਹਿੰਦਾ ਹੈ, ਜਾਗਦੇ ਰਹੋ, ਕਿਉਂਕਿ ਉਹ ਪਤਾ ਨਹੀਂ ਕਿਹੜੀ ਘੜੀ ਆ ਜਾਵੇਗਾ। ਜਾਗਣ ਦਾ ਮਤਲਬ ਮੈਂ ਆਪ ਦੇ ਨਾਲ ਉਹ ਪੜ੍ਹਨ ਜਾ ਰਿਹਾ। ਇਬਰਾਨੀਆਂ ਦੀ ਪੁਸਤਕ ਉਸ ਦਾ 10 ਅਧਿਆਇ ਉਸ ਦੀ 25 ਆਇਤ ਦੇ ਉੱਤੇ ਅੱਜ ਅਸੀਂ ਗੌਰ ਕਰਾਂਗੇ। ਇੱਥੇ ਲਿਖਿਆ ਹੈ, ਅਤੇ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ, ਜਿਵੇਂ ਕਈਆਂ ਦਾ ਦਸਤੂਰ ਹੈ, ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਉਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ, ਭਾਈ ਉਹ ਦਿਨ ਨੇੜੇ ਆਉਂਦਾ ਹੈ। ਉਹ ਦਿਨ ਨੇੜੇ ਆਉਂਦਾ ਹੈ। ਇਹ ਗੱਲ ਜਦੋਂ ਮੈਂ ਪੜ੍ਹ ਰਿਹਾ ਸਾਂ, ਇਬਰਾਨੀਆਂ ਦੀ ਪੁਸਤਕ, ਲੇਖਕ ਜਿਹੜਾ ਹੈ ਇਹ ਯਹੂਦੀਆਂ ਨੂੰ, ਜਿਹੜੇ ਯਹੂਦੀ ਮਸੀਹੀ ਸੀ, ਉਹਨਾਂ ਨੂੰ ਲਿਖ ਰਿਹਾ ਹੈ। ਔਰ ਇਸ ਦੇ ਲੇਖਨ ਕਾਲ ਦੇ ਵਿੱਚ ਸਾਰਾ ਜੋ ਸਾਰਾਂਸ਼ ਅਸੀਂ ਪੜ੍ਹਦੇ ਹਾਂ, ਸ਼ਰ੍ਹਾ ਦੇ ਨਾਲ ਜੁੜਿਆ ਹੋਇਆ ਇੱਕ ਅੰਸ਼ ਹੈ ਜਿਹੜਾ ਕਿ ਉਹ ਪ੍ਰਗਟ ਕਰਦਾ ਹੈ। ਲੇਕਿਨ ਅਗਰ ਅਸੀਂ ਦੇਖੀਏ, ਇਹ ਯਹੂਦੀਆਂ ਦੇ ਲਈ ਨਹੀਂ, ਬਲਕਿ ਇਹ ਹਰ ਇੱਕ ਉਸ ਇਨਸਾਨ ਦੇ ਲਈ ਹੈ ਜਿਸ ਨੇ ਪਰਮੇਸ਼ਰ ਦੀ ਕਿਰਪਾ ਨੂੰ ਚੱਖ ਲਿਆ ਹੈ ਅਤੇ ਪਰਮੇਸ਼ਰ ਦੀ ਕਿਰਪਾ ਨੂੰ ਜਾਣ ਲਿਆ ਹੈ। ਹੁਣ ਪਰਮੇਸ਼ਰ ਦੀ ਕਿਰਪਾ ਹੈ ਕਿ ਇਹ ਕਿਰਪਾ ਦੇ ਯੁੱਗ ਦੇ ਵਿੱਚ ਅਸੀਂ ਜਾ ਰਹੇ ਹਾਂ। ਇਹ ਕਿਰਪਾ ਦੇ ਯੁੱਗ ਦੇ ਵਿੱਚ ਅਸੀਂ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਾਂ। ਇਹ ਹੈ ਕਿ
ਇਸ ਦਾ ਮੈਨੂੰ ਅਤੇ ਆਪ ਨੂੰ ਪਤਾ ਹੋਣਾ ਜ਼ਰੂਰੀ ਹੈ। ਕਿਰਪਾ ਦਾ ਯੁੱਗ ਉਹ ਹੈ ਜਿਸ ਦੇ ਅਸੀਂ ਯੋਗ ਨਹੀਂ ਸੀ, ਉਸ ਦੇ ਯੋਗ ਬਣਾ ਦਿੱਤਾ ਗਿਆ। ਕਹਿਣ ਦਾ ਭਾਵ ਅਸੀਂ ਪਰਮੇਸ਼ਵਰ ਦੇ ਯੋਗ ਨਹੀਂ ਸੀ, ਪਰ ਮੈਨੂੰ ਅਤੇ ਆਪ ਨੂੰ ਪਰਮੇਸ਼ਵਰ ਨੇ ਆਪਣੇ ਯੋਗ ਬਣਾਉਣ ਦੇ ਲਈ ਆਪਣੇ ਯੋਗ ਬਣਾਉਣ ਦੇ ਲਈ ਉਸਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ, ਜੋ ਕਲਵਰੀ ਕਰੂਸ ਦੇ ਉੱਤੇ ਮੇਰੇ ਅਤੇ ਆਪ ਦੇ ਲਈ ਮਾਰਿਆ ਗਿਆ, ਉਸ ਨੂੰ ਦੇ ਦਿੱਤਾ। ਮੇਰੇ ਅਤੇ ਆਪ ਦੇ ਪਾਪਾਂ ਦੇ ਕਰਜ਼ ਨੂੰ ਚੁਕਾਉਣ ਦੇ ਲਈ ਕਲਵਰੀ ਕਰੂਸ ਦੇ ਉੱਤੇ ਦੇ ਦਿੱਤਾ। ਜਦੋਂ ਅਸੀਂ ਉਸ ਵਿੱਚ ਨਿਹਚਾ ਕਰਦੇ ਹਾਂ, ਉਸ ਉੱਤੇ ਵਿਸ਼ਵਾਸ ਕਰਦੇ ਹਾਂ, ਤਾਂ ਉਹ ਸਾਨੂੰ ਆਪਣੀ ਸੰਤਾਨ ਬਣਾ ਲੈਂਦਾ ਹੈ। ਭਾਵ ਸਾਨੂੰ ਸਦੀਪਕ ਜਿਉਣ ਦੇ ਦਿੰਦਾ ਹੈ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਹਮੇਸ਼ਾ ਦੀ ਜ਼ਿੰਦਗੀ। ਉਹਦੇ ਵਿੱਚ ਸਾਨੂੰ ਖੌਫ ਨਹੀਂ ਹੈ, ਉਹਦੇ ਵਿੱਚ ਸਾਨੂੰ ਡਰ ਨਹੀਂ ਹੈ, ਉਹਦੇ ਵਿੱਚ ਸਾਨੂੰ ਭੈ ਨਹੀਂ ਹੈ। ਉਸ ਦੇ ਵਿੱਚ ਸਾਨੂੰ ਪਰਮੇਸ਼ਵਰ ਦੀ ਸ਼ਾਂਤੀ ਹੈ, ਪਰਮੇਸ਼ਵਰ ਦਾ ਆਨੰਦ ਹੈ, ਪਰਮੇਸ਼ਵਰ ਦਾ ਧੀਰਜ ਹੈ ਅਤੇ ਪਰਮੇਸ਼ਵਰ ਦੀ ਸਭ ਪ੍ਰਕਾਰ ਦੀ ਬਰਕਤ ਮੇਰੇ ਕੋਲ ਹੈ। ਉਹਨੇ ਸੇਂਤਵੇਤ ਵਿੱਚ ਦੇ ਦਿੱਤੀ ਹੈ ਆਪਣੇ ਉਸ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ। ਹੁਣ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਇਸ ਕਿਰਪਾ ਦੇ ਯੁੱਗ ਦੇ ਵਿੱਚ ਉਹਦੇ ਨਾਲ ਰਲ ਜਾਂਦੇ ਹੈ, ਉਹਨਾਂ ਨੂੰ ਇੱਕ ਖਾਸ ਸੰਗਤ ਦੇ ਲਈ ਸੱਦਾ ਦਿੱਤਾ ਜਾਂਦਾ ਹੈ। ਉਸ ਸੱਦੇ ਦੇ ਲਈ ਮੈਂ ਪੜ੍ਹਦਾ ਹਾਂ ਰਸੂਲਾਂ ਦੇ ਕਰਤੱਵ, ਜਦੋਂ 2 ਅਧਿਆਏ ਉਸ ਦੀ 42 ਆਇਤ ਨੂੰ ਪੜ੍ਹਦਾ ਤਾਂ ਲਿਖਿਆ ਹੈ ਕਿ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ, ਨੰਬਰ 1 ਸਿੱਖਿਆ, ਨੰਬਰ 2 ਸੰਗਤ, ਨੰਬਰ 3 ਰੋਟੀ ਤੋੜਨ, ਨੰਬਰ 4 ਪ੍ਰਾਰਥਨਾ ਕਰਨ ਵਿੱਚ ਲੱਗੇ ਰਹਿੰਦੇ। ਇਹ ਜਿਹੜੀ ਗੱਲ ਹੈ, ਇਹ ਗੱਲ ਦੱਸਦੀ ਹੈ ਕਿ ਉਹ ਦਿਨ ਨੇੜੇ ਹੈ। ਉਹ ਦਿਨ ਨੇੜੇ ਹੈ। ਉਸ ਦਿਨ ਨੂੰ ਨੇੜੇ ਰੱਖਣ ਦੇ ਲਈ ਇੱਥੇ ਇਬਰਾਨੀਆਂ ਦੀ ਪੁਸਤਕ 11 ਅਧਿਆਇ ਉਹਦੀ 25 ਆਇਤ ਦੇ ਵਿੱਚ ਇਸ ਲਈ ਲਿਖਿਆ ਹੈ, ਅਸੀਂ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ। ਇਹਦਾ ਮਤਲਬ ਕੀ ਹੈ? ਇਹਦਾ ਅਰਥ ਕੀ ਹੈ? ਆਪਣੇ ਆਪ ਨੂੰ ਇਕੱਠੇ ਹੋਣ ਨੂੰ ਨਾ ਛੱਡੀਏ। ਇਹਦੇ ਵਿੱਚ ਪਰਮੇਸ਼ਰ ਇੱਕ ਤਾਂ ਮੈਨੂੰ ਆਪਣੇ ਆਤਮਿਕ ਸੰਗਤ ਦੇ ਵਿੱਚ ਬਣਾ ਕੇ ਰੱਖਦਾ ਹੈ। ਦੂਸਰਾ, ਪਰਮੇਸ਼ਰ ਦੀ ਯੋਜਨਾ ਮੇਰੇ ਜੀਵਨ ਵਿੱਚ ਆ ਪ੍ਰਗਟ ਕਰਦਾ ਹੈ। ਤੀਸਰਾ, ਜਿਸ ਰਾਹ ਦੇ ਵਿੱਚ ਮੈਨੂੰ ਜਾਣਾ ਹੈ ਉਸ ਰਾਹ ਦੇ ਵਿੱਚ ਲੈ ਕੇ ਜਾਂਦਾ ਹੈ। ਚੌਥਾ, ਉਹ ਮੈਨੂੰ ਮੇਰੀ ਜਿਉਂਦੀ ਆਸ ਦੇ ਵਿੱਚ ਵਿਸ਼ਵਾਸ ਦੇ ਨਾਲ ਬਣਾਈ ਰੱਖਦਾ ਹੈ। ਜਦੋਂ ਆਉਣ ਵਾਲਾ ਆਵੇ ਤਾਂ ਮੈਂ ਉਹਦੇ ਨਾਲ ਜਾਵਾਂ। ਇਹ ਗੱਲ ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ ਦੇ ਵਿੱਚ ਪੜ੍ਹਦੇ ਹਾਂ ਤਾਂ ਯਹੂਦੀ ਮਸੀਹਾਂ ਨੂੰ ਲਿਖ ਕੇ ਕਹਿੰਦਾ ਹੈ ਕਿ ਅਸੀਂ ਆਪਸ ਵਿੱਚ ਇਕੱਠੇ ਹੋਣ ਨੂੰ ਨਾ ਛੱਡੀਏ। ਕਾਰਨ ਇਹ ਸੀ ਕਿ ਉਸ ਸਮੇਂ ਦੇ ਕਈ ਯਹੂਦੀ ਮਸੀਹੀ ਇੱਕ ਕਲੀਸਿਆ ਛੱਡ ਕੇ ਦੂਸਰੀ ਕਲੀਸਿਆ, ਦੂਸਰੀ ਕਲੀਸਿਆ ਛੱਡ ਕੇ ਤੀਸਰੀ ਕਲੀਸਿਆ, ਉਹ ਆਪਸ ਦੇ ਵਿੱਚ ਭਟਕ ਕੇ ਮਸੀਹ ਤੋਂ ਬੇਮੁਖ ਹੋ ਜਾਂਦੇ ਸੀ। ਅਤੇ ਜਿਸ ਉਦੇਸ਼ ਦੇ ਨਾਲ ਉਹਨਾਂ ਨੂੰ ਮਸੀਹ ਨੇ ਚੁਣਿਆ ਸੀ, ਜਿਸ ਮਕਸਦ ਦੇ ਨਾਲ ਮਸੀਹ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਸੀ, ਉਹ ਉਸ ਰਾਸਤੇ ਤੋਂ ਭਟਕ ਜਾਂਦੇ ਸੀ। ਮਸੀਹ ਨੇ ਮੈਨੂੰ ਕਾਹਦੇ ਲਈ ਬੁਲਾਇਆ ਹੈ, ਮੈਨੂੰ ਕਾਹਦੇ ਲਈ ਸੱਦਿਆ ਹੈ? ਕਿ ਮੈਂ ਉਹਦੇ ਨਾਲ ਹਮੇਸ਼ਾ ਉਹਦੇ ਰਾਜ ਵਿੱਚ ਰਾਜ ਕਰਾਂ। ਉਹ ਰਾਜ ਨਾ ਕਦੇ ਮਿਟਣ ਵਾਲਾ ਹੈ, ਨਾ ਕਦੇ ਖਤਮ ਆਉਣ ਵਾਲਾ, ਨਾ ਉਸ ਨੂੰ ਕੋਈ ਤਬਾਹ ਕਰ ਸਕਦਾ ਹੈ, ਨਾ ਉਸ ਉੱਤੇ ਤਬਾਹੀ ਆ ਸਕਦੀ ਹੈ, ਕਿਉਂਕਿ ਉੱਥੇ ਦਾ ਰਾਜਾ ਸਵੈਂ ਪਰਮੇਸ਼ਰ ਹੈ। ਔਰ ਸਵੈਂ ਉਸ ਨੇ ਮੈਨੂੰ ਅਤੇ ਆਪ ਨੂੰ ਉਸ ਰਾਜ ਦੇ ਲਈ ਸੱਦਿਆ ਹੈ। ਔਰ ਜਿਸ ਰਾਜ ਦੇ ਲਈ ਉਸ ਨੇ ਮੈਨੂੰ ਸੱਦਿਆ ਹੈ, ਜਦ ਤੱਕ ਮੈਂ ਇਸ ਧਰਤੀ ਦੇ ਵਿੱਚ ਹਾਂ, ਉਸ ਦੇ ਲਈ ਉਹਨੇ ਇੱਕ ਮੈਨੂੰ ਸੰਗਤ ਕਰਨ ਦਾ ਮੈਨੂੰ ਉਸ ਨੇ ਇੱਕ ਹੁਕਮ ਦਿੱਤਾ ਹੈ। ਉਸ ਹੁਕਮ ਨੂੰ ਮੈਂ ਛੱਡ ਨਹੀਂ ਸਕਦਾ। ਅੱਜ ਬਹੁਤੇ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਹੈ। ਉਹ ਆਪਣੀ ਮਰਜ਼ੀ ਕਰਦੇ ਆ। ਆਪਣੀ ਮਰਜ਼ੀ ਦਾ ਮਤਲਬ ਕਿ ਆਪਣੀ ਹੋਮ ਕਲੀਸਿਆ ਨੂੰ ਭੁੱਲ ਜਾਂਦੇ ਆ, ਆਪਣੀ ਮਦਰ ਕਲੀਸਿਆ ਨੂੰ ਭੁੱਲ ਜਾਂਦੇ ਆ। ਭੁੱਲਣ ਦਾ ਕਾਰਨ ਕਿਉਂਕਿ ਉਹ ਇਸ ਸਿੱਖਿਆ ਨੂੰ ਬਰਦਾਸ਼ਤ ਨਹੀਂ ਕਰਦੇ। ਜਦੋਂ ਪਰਮੇਸ਼ਰ ਦੀ ਸਿੱਖਿਆ, ਸੱਚੀ ਸਿੱਖਿਆ, ਮੈਨੂੰ ਬਾਣੀ ਦੇ ਵਿੱਚ ਲਿਖਿਆ, ਇਹ ਸਿੱਖਿਆ ਕਾਹਦੇ ਲਈ ਹੈ?
ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਤਾਂ ਮੈਂ ਤਿਮੋਥੀਅਸ ਦੀ ਪੁਸਤਕ ਉਸ ਦਾ ਦੂਸਰਾ ਤਿਮੋਥੀਅਸ 3 ਅਧਿਆਏ ਉਸ ਦੀ 16 ਆਇਤ ਨੂੰ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਇਹ ਸਿੱਖਿਆ ਕਿਉਂ ਹੈ? ਇਹ ਸਿੱਖਿਆ ਹੈ ਤਾੜਨ, ਸੁਧਾਰਨ ਅਤੇ ਧਾਰਮਿਕਤਾ ਦੇ ਗਿਝਾਉਣ ਦੇ ਲਈ ਗੁਣਕਾਰ ਹੈ, ਤਾਂ ਕਿ ਪਰਮੇਸ਼ਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਦੇ ਲਈ ਤਿਆਰ ਕੀਤਾ ਹੋਇਆ ਹੋਵੇ, ਭਾਵ ਸਿੱਧ ਹੋਵੇ। ਜੇ ਹੁਣ ਅਸੀਂ ਕਲੀਸਿਆ ਦੇ ਵਿੱਚ ਜਾਵਾਂਗੇ ਨਹੀਂ, ਸਿੱਖਿਆ ਲਵਾਂਗੇ ਨਹੀਂ, ਤਾੜਨਾ ਸਾਨੂੰ ਮਿਲੇਗੀ ਨਹੀਂ, ਅਸੀਂ ਤਾੜਨਾ ਨੂੰ ਸਹਾਂਗੇ ਨਹੀਂ, ਤਾਂ ਮੇਰੇ ਭਾਈ ਅਸੀਂ ਸਿੱਧ ਕਿਵੇਂ ਹੋ ਸਕਦੇ ਹਾਂ? ਮੈਂ ਅਤੇ ਆਪ ਜੇ ਪਾਪ ਤੋਂ ਬਚੇ ਹਾਂ ਤਾਂ ਉਸ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਇੱਕ ਤਸੀਹਾ ਮੇਰੇ ਬਦਲੇ ਕਲਵਰੀ ਕਰੂਸ ਤੇ ਸਹਿਆ ਹੈ। ਜੇ ਉਹ ਨਾ ਸਹਿੰਦਾ ਤਾਂ ਮੈਂ ਪਾਪ ਤੋਂ ਨਹੀਂ ਸੀ ਬਚ ਸਕਦਾ, ਮੈਂ ਸਵਰਗ ਦਾ ਅਧਿਕਾਰੀ ਨਹੀਂ ਸੀ ਹੋ ਸਕਦਾ, ਮੈਂ ਪਰਮੇਸ਼ਰ ਦੀ ਸੰਤਾਨ ਨਹੀਂ ਸੀ ਬਣ ਸਕਦਾ, ਮੈਂ ਪਰਮੇਸ਼ਰ ਦੇ ਨੇੜੇ ਨਹੀਂ ਸੀ ਆ ਸਕਦਾ। ਪਰ ਕਲੀਸਿਆ ਦੇ ਵਿੱਚ ਸੰਗਤ ਕਰਨਾ, ਸਿੱਖਿਆ ਲੈਣਾ, ਰੋਟੀ ਤੋੜਨਾ, ਪ੍ਰਾਰਥਨਾ ਕਰਨਾ, ਇਹ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਤਪ ਦੇ ਵਿੱਚ ਦਿਨ ਪ੍ਰਤੀ ਦਿਨ ਉਹਦੇ ਸੁਭਾਅ ਦੇ ਵਿੱਚ ਬਣਨਾ ਅਤੇ ਉਹਦੇ ਵਰਗਾ ਹੋ ਕੇ ਸਵਰਗ ਨੂੰ ਜਾਣਾ ਹੈ। ਇਸੇ ਕਰਕੇ ਤਾਂ ਯਹੋਨਾ ਕੀ ਕਹਿੰਦਾ ਹੈ, ਜਦੋਂ ਅਸੀਂ ਉਸ ਦਾ 3 ਅਧਿਆਏ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਉਹ ਕਹਿੰਦਾ ਹੈ, ਪ੍ਰਭੂ ਤੂੰ ਸਾਡੇ ਵਿੱਚ ਵਧੇ ਤੇ ਅਸੀਂ ਘਟੀਏ। ਇਹ ਕਿਵੇਂ ਹੋ ਸਕਦਾ ਹੈ? ਇਸ ਗੱਲ ਦੇ ਨਾਲ ਜੋ ਇਹ ਗੱਲ ਇੱਥੇ ਲਿਖੀ ਹੋਈ ਹੈ, ਜਿਉਂ-ਜਿਉਂ ਅਸੀਂ ਉਸ ਦਿਨ ਨੂੰ ਨੇੜੇ ਆਉਂਦੇ ਦੇਖੀਏ, ਅਸੀਂ ਆਪੋ ਵਿੱਚ ਸੰਗਤ ਕਰਨਾ ਨਾ ਛੱਡੀਏ। ਸਾਡੀ ਕਲੀਸਿਆਵਾਂ ਦੇ ਵਿੱਚ, ਸਾਡੇ ਚਰਚਾਂ ਦੇ ਵਿੱਚ ਬਾਈਬਲ ਅਧਿਐਨ ਦੀ ਕਲਾਸ ਹੁੰਦੀ ਹੈ, ਮੈਂ ਸਮਝਦਾ ਹੋਵੇਗੀ। ਸਾਡੇ ਕਲੀਸਿਆਵਾਂ ਦੇ ਵਿੱਚ ਸੰਗਤ ਹੀ ਹੁੰਦੀ ਹੈ, ਸੰਗਤ ਹੀ ਕਾਟੇਜ ਮੀਟਿੰਗ ਕਹਿੰਦੇ, ਘਰ ਘਰ ਦੇ ਵਿੱਚ ਜਾ ਕੇ ਪ੍ਰਭੂ ਦੇ ਨਾਲ ਸੰਗਤ ਕਰਨੀ। ਉਸ ਤੋਂ ਉਪਰੰਤ ਪ੍ਰਭੂ ਦੇ ਦਿਨ, ਐਤਵਾਰ ਦਾ ਜਿਹੜਾ ਪਹਿਲਾ ਦਿਨ ਹੈ, ਉਸ ਦੇ ਵਿੱਚ ਪ੍ਰਭੂ ਦੀ ਮੇਜ਼ ਵਿੱਚ ਸ਼ਾਮਲ ਹੋਣਾ। ਮੇਜ਼ ਵਿੱਚ ਸ਼ਾਮਲ ਹੋਣ ਦਾ ਮਤਲਬ ਉਹਦੀ ਆਮਦ ਦੇ ਲਈ ਅਸੀਂ ਤਿਆਰ ਰਹਿਣਾ, ਉਹਦੇ ਲਈ ਅਸੀਂ ਇਕੱਠੇ ਹੋ ਕੇ ਉਹਦੇ ਗਵਾਹ ਬਣ ਕੇ ਉਹਦੀ ਦੇਹ ਦੇ ਵਿੱਚ ਸ਼ਾਮਲ ਹੁੰਦੇ ਹਾਂ। ਅੰਤਿਮ ਪ੍ਰਾਰਥਨਾ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਹਰ ਦਿਨ ਬਲ ਮੰਗਦੇ ਹਾਂ, ਪ੍ਰਭੂ ਸਾਨੂੰ ਤਾਕਤ ਦੇ, ਜਦੋਂ ਤੂੰ ਆਵੇਂ ਅਸੀਂ ਤੇਰੇ ਨਾਲ ਬੱਦਲਾਂ ਤੇ ਉਡਾਏ ਜਾਈਏ। ਕੀ ਸਾਡੀਆਂ ਕਲੀਸਿਆਵਾਂ 'ਚ ਇਸ ਤਰ੍ਹਾਂ ਹੋ ਰਿਹਾ? ਇਹ ਨਹੀਂ ਹੈ ਕਲੀਸਿਆ ਦੀ, ਇਹ 4 ਪਹੀਏ ਹੈ ਕਲੀਸਿਆ ਦੇ। ਇਹਨਾਂ ਵਿੱਚੋਂ ਇੱਕ ਵੀ ਪੈਂਚਰ ਹੋ ਗਿਆ ਤਾਂ ਅਸੀਂ ਕਦੇ ਵੀ ਅੱਗੇ ਨਹੀਂ ਜਾ ਸਕਦੇ। ਇੱਕ ਵੀ ਖਰਾਬ ਹੋ ਗਿਆ ਤਾਂ ਅਸੀਂ ਕਦੇ ਵੀ ਅੱਗੇ ਨਹੀਂ ਵੱਧ ਸਕਦੇ ਹਾਂ। ਅਸੀਂ ਨਿਰਾਸ਼ਾ ਦੀ ਹਾਲਤ ਦੇ ਵਿੱਚ ਹੋ ਜਾਵਾਂਗੇ, ਅਸੀਂ ਕਮਜ਼ੋਰ ਹੋ ਜਾਵਾਂਗੇ, ਸਾਡਾ ਸ਼ਤਰੂ ਸਾਨੂੰ ਅਹੇਰ ਕਰ ਲਵੇਗਾ, ਅਸੀਂ ਦੁਨੀਆ ਵਿੱਚ ਖੋ ਜਾਵਾਂਗੇ। ਔਰ ਇਸ ਗੱਲ ਤੋਂ ਬਚਣ ਦੇ ਲਈ ਪਰਮੇਸ਼ਰ ਦਾ ਦਾਸ ਇਸ 25 ਆਇਤ ਦੇ ਵਿੱਚ ਸਾਨੂੰ ਕਹਿੰਦਾ, ਅਸੀਂ ਆਪੋ ਵਿੱਚ ਸੰਗਤ ਕਰਨਾ ਨਾ ਛੱਡੀਏ, ਸਗੋਂ ਇੱਕ ਦੂਜੇ ਨੂੰ ਉਪਦੇਸ਼ ਕਰੀਏ, ਉਤਸ਼ਾਹ ਦਈਏ, ਇਨਕਰੇਜ ਕਰੀਏ। ਔਰ ਉਸ ਦੇ ਨਾਲ ਲਿਖਿਆ ਹੈ, ਇਹ ਓਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਦਿਨ ਨੇੜੇ। ਉਹ ਦਿਨ ਨੇੜੇ ਹੈ। ਪ੍ਰਭੂ ਦੀ ਬਾਣੀ ਦੇ ਵਿੱਚ 25 ਅਧਿਆਏ ਅਤੇ 24 ਅਧਿਆਏ ਦੇ ਵਿੱਚ ਦੱਸਿਆ ਹੈ, ਜਦੋਂ ਚੇਲਿਆਂ ਨੇ ਕਿਹਾ, ਪ੍ਰਭੂ ਤੇਰੇ ਆਉਣ ਦੇ ਸਮੇਂ ਦੇ ਚਿੰਨ੍ਹ ਕੀ ਹੋਣਗੇ, ਤਾਂ ਉਹਦੇ ਵਿੱਚ ਸਪਸ਼ਟ ਲਿਖਿਆ ਹੈ। ਔਰ ਉਹ ਦਿਨ ਸਾਨੂੰ ਦਿਨ ਪ੍ਰਤੀ ਦਿਨ ਦਿਖਾਈ ਦੇ ਰਹੇ ਨੇ। ਰਾਜ ਰਾਜ ਉੱਤੇ ਚੜ੍ਹਾਈ ਕਰ ਰਿਹਾ ਹੈ। ਦੇਖੋ ਕਿ ਸਾਡੇ ਆਲੇ ਦੁਆਲੇ ਲੜਾਈਆਂ ਨਹੀਂ ਹੁੰਦੀਆਂ। ਦੇਖੋ ਭਰਾ ਭਰਾ ਦੇ ਉੱਤੇ ਕੀ ਕਰ ਰਿਹਾ, ਦੋਸ਼ ਲਾ ਰਿਹਾ ਹੈ। ਧੀ ਮਾਂ ਦੇ ਉੱਤੇ, ਪੁੱਤ ਪੇ ਦੇ ਉੱਤੇ। ਕੀ ਇਹ ਹੋ ਨਹੀਂ ਰਿਹਾ ਸਾਡੇ ਸਮਾਜ ਦੇ ਵਿੱਚ? ਇਹ ਸਭ ਗੱਲਾਂ ਇਸ ਗੱਲ ਦਾ ਚਿੰਨ੍ਹ ਹੈ ਕਿ ਪ੍ਰਭੂ ਦਾ ਆਉਣਾ ਨੇੜੇ ਹੈ। ਜਿੰਨਾ ਨੇੜੇ ਹੈ ਉਨਾ ਅਸੀਂ ਆਪੋ ਵਿੱਚ ਸੰਗਤ ਕਰਨਾ ਨਾ ਛੱਡੀਏ। ਮੈਂ ਕਲੀਸਿਆਵਾਂ ਦੇ ਵਿੱਚ ਜ਼ਿਆਦਾ ਦੇਖਦਾ, ਐਤਵਾਰ ਨੂੰ ਗੈਦਰਿੰਗ ਪੂਰੀ ਕਰਦੇ ਆ ਜੀ, ਹਾਂਜੀ ਐਤਵਾਰ ਨੂੰ ਅਸੀਂ ਆਉਣਾ। ਨਾ ਤਾਂ ਉਹ ਪ੍ਰਾਰਥਨਾ ਸਭਾ ਦੇ ਵਿੱਚ ਸ਼ਾਮਲ ਹੁੰਦੇ ਆ, ਨਾ ਉਹ ਸੰਗਤੀ ਦੇ ਵਿੱਚ ਸ਼ਾਮਲ ਹੁੰਦੇ ਆ, ਨਾ ਉਹ ਬਾਈਬਲ ਅਧਿਐਨ ਦੀ ਕਲਾਸ ਦੇ ਵਿੱਚ ਸ਼ਾਮਲ ਹੁੰਦੇ। ਉਹਨਾਂ ਦੇ ਲਈ ਸਿਰਫ ਐਤਵਾਰ ਦਾ ਦਿਨ ਹੀ ਇੱਕ ਮਹੱਤਵ ਹੁੰਦਾ ਹੈ।
ਇਹ ਬਹੁਤ ਗਲਤ ਹੈ, ਬਹੁਤ ਹੀ ਗਲਤ ਹੈ। ਤੁਸੀਂ ਕਿਵੇਂ ਮਜ਼ਬੂਤ ਹੋ ਸਕਦੇ ਹੋ? ਐਤਵਾਰ ਦੇ ਦਿਨ ਦਾ ਆਪਣਾ ਮਹੱਤਵ ਹੈ। ਉਹਦੇ ਵਿੱਚ ਪਰਮੇਸ਼ਰ ਦੀ ਬਾਣੀ ਦੱਸਦੀ ਹੈ ਕਿ ਅਸੀਂ ਪਰਮੇਸ਼ਰ ਦੇ ਕੀਤੇ ਹੋਏ ਅਹਿਸਾਨਾਂ ਦਾ ਧੰਨਵਾਦ ਕਰੀਏ ਅਤੇ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰੀਏ, ਕਿਉਂਕਿ ਉਹ ਦਿਨ ਉਹਦਾ ਹੈ, ਕਿਉਂਕਿ ਉਸ ਦਿਨ ਉਸ ਨੇ ਜੈ ਪ੍ਰਾਪਤ ਕੀਤੀ ਸੀ, ਮੌਤ ਤੋਂ ਜੈ ਪ੍ਰਾਪਤ ਕੀਤੀ ਸੀ, ਜਿੱਤ ਪ੍ਰਾਪਤ ਕਰਨ ਵਾਲੇ ਪਰਮੇਸ਼ਰ ਦਾ ਧੰਨਵਾਦ ਕਰਨਾ। ਬਾਕੀ ਦਿਨਾਂ ਦੇ ਵਿੱਚ ਉਹ ਸਾਨੂੰ ਆਪਣੇ ਨਾਲ ਬਣੇ ਰਹਿਣ ਦੇ ਲਈ, ਇਸ ਦੇਹ ਦੇ ਵਿੱਚ ਉਸਰਨ ਦੇ ਲਈ, ਇਸ ਦੇਹ ਦੀ ਏਕਤਾ ਦੇ ਵਿੱਚ ਬਣੇ ਰਹਿਣ ਦੇ ਲਈ ਉਹ ਸਾਨੂੰ ਆਹਵਾਨ ਕਰਦਾ ਹੈ। ਤੇ ਕੀ ਅਸੀਂ ਇਹ ਕਰਦੇ? ਮੈਂ ਕਹਿੰਦਾ ਕੁਝ ਹੀ ਲੋਕ ਹੁੰਦੇ ਆ ਪ੍ਰਾਰਥਨਾ ਦੇ ਵਿੱਚ, ਕੁਝ ਹੀ ਲੋਕ ਹੁੰਦੇ ਆ ਬਾਈਬਲ ਸਟੱਡੀ ਦੇ ਵਿੱਚ, ਕੁਝ ਹੀ ਲੋਕ ਹੁੰਦੇ ਆ ਸੰਗਤੀ ਵਿੱਚ। ਕਈਆਂ ਨੂੰ ਤਾਂ ਸੰਗਤ ਦਾ ਮਹੱਤਵ ਹੀ ਨਹੀਂ ਪਤਾ। ਕੋਈ ਆਪਣੇ ਘਰ ਦੇ ਵਿੱਚ ਸੰਗਤ ਕਰਾਉਂਦਾ ਹੀ ਨਹੀਂ। ਉਹ ਕਹਿੰਦਾ ਹੈ ਪਤਾ ਨਹੀਂ ਕੀ ਸਾਡੇ ਆਪਣਾ ਇੱਦਾਂ ਹੋ ਜਾਊਗਾ, ਇੱਦਾਂ ਹੋ ਜਾਊਗਾ। ਪਹਿਲੇ ਸਮੇਂ ਦੇ ਵਿੱਚ ਜਿਹੜੇ ਲੋਕ ਹੁੰਦੇ ਸੀ ਉਹ ਸੰਗਤ ਕਰਨ ਦੇ ਵਿੱਚ ਖੁਸ਼ ਹੁੰਦੇ ਸੀ, ਤੇ ਅੱਜ ਸੰਗਤ ਦਾ ਕੋਈ ਨਾਂ ਹੀ ਨਹੀਂ ਹੈ। ਘਰ ਦੇ ਵਿੱਚ ਕੋਈ ਆਪਣਾ ਕੰਮ ਹੋਇਆ ਹੈ, ਉਸ ਦੀ ਗਵਾਹੀ ਦੇਣ ਦੇ ਲਈ ਖੁਸ਼ ਨਹੀਂ। ਕਾਰਨ ਕਿਉਂਕਿ ਉਹ ਇਹ ਕੰਮ ਕਰਦੇ ਨਹੀਂ ਹੈ। ਨਾ ਤਾਂ ਉਹ ਸਿੱਖਿਆ ਲੈਂਦੇ ਆ, ਨਾ ਉਹ ਰੋਟੀ ਤੋੜਦੇ ਆ, ਨਾ ਉਹ ਸੰਗਤ ਵਿੱਚ ਰਹਿੰਦੇ ਆ, ਨਾ ਉਹ ਪ੍ਰਾਰਥਨਾ ਕਰਦੇ। ਪਰ ਪ੍ਰਭੂ ਦਾ ਵਚਨ ਕਹਿੰਦਾ ਇਹ ਉਨਾ ਹੀ ਵਧੀਕ ਕਰੋ ਜਿੰਨਾ ਤੁਸੀਂ ਉਸ ਦਿਨ ਨੂੰ ਨੇੜੇ ਆਉਂਦੇ ਦੇਖਦੇ ਹੋ। ਮੇਰੇ ਪਿਆਰੇ ਅਸੀਸ, ਮੇਰਾ ਅੱਜ ਆਪ ਦੇ ਲਈ ਇਹੋ ਇੱਕ ਕਹਿਣਾ ਹੈ ਕਿ ਉਹ ਦਿਨ ਨੇੜੇ ਹੈ ਜਦੋਂ ਪ੍ਰਭੂ ਨੇ ਆਉਣਾ ਹੈ। ਉਹਦਾ ਪਤਾ ਨਹੀਂ। ਬਾਣੀ ਦੇ ਵਿੱਚ ਲਿਖਿਆ ਚੋਰ ਦੀ ਮਾਨੰਦ ਆਵੇਗਾ, ਤੇ ਜਿਹੜੇ ਉਸ ਵਿੱਚ ਜਾਗਦੇ ਹੋਣਗੇ ਭਾਵ ਇਸ ਬਾਣੀ ਦੇ ਨਾਲ, ਉਹਨਾਂ ਨੂੰ ਆਪਣੇ ਨਾਲ ਲੈ ਲਵੇਗਾ। ਤੇ ਅਸੀਂ ਆਪਣੇ ਆਪ ਨੂੰ ਜਾਗਰਿਤ ਕਰੀਏ ਉਹਨਾਂ 10 ਕੁਆਰੀਆਂ ਦੇ ਵਿੱਚੋਂ, ਜਿਹੜੀਆਂ 5 ਤਿਆਰ ਸੀ ਤੇ 5 ਰਹਿ ਗਈਆਂ। ਉਹਨਾਂ 5 ਦੀ ਤਰ੍ਹਾਂ ਜਿਹੜੀਆਂ ਸਗਜਸ ਸੀ, ਜਿਹੜੀਆਂ ਤਿਆਰ ਸੀ, ਜਿਨ੍ਹਾਂ ਦੀਆਂ ਮਸ਼ਾਲਾਂ ਬਲਦੀਆਂ ਸੀ, ਉਹ ਉਸ ਦੁਲੇ ਦੇ ਨਾਲ ਚਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਹੋ ਗਿਆ। ਇਸ ਲਈ ਆਪਣੇ ਆਪ ਨੂੰ ਤਿਆਰ ਕਰੋ, ਕਿਉਂਕਿ ਉਹ ਦਿਨ ਨੇੜੇ ਹੈ। ਪ੍ਰਭੂ ਆਪ ਨੂੰ ਇਸ ਤਰ੍ਹਾਂ ਹੋਣ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।